ਸਤਿ ਸ਼੍ਰੀ ਅਕਾਲ ਜੀ। ਦੂਰਦਰਸ਼ਨ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਨੀਲਮ ਸੈਣੀ। ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਕਾਨੂੰਨੀ ਨੁਕਤੇ। ਜਿਵੇਂ ਕਿ ਇਸ ਪ੍ਰੋਗਰਾਮ ਦੇ ਨਾਮ ਤੋਂ ਹੀ ਜ਼ਾਹਿਰ ਹੈ, ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਾਨੂੰਨੀ ਮਾਮਲਿਆਂ ਬਾਰੇ ਤੇ ਇਸ ਪ੍ਰੋਗਰਾਮ ਦੇ ਸਾਡੇ ਮਹਿਮਾਨ ਹੋਣਗੇ ਕਾਨੂੰਨੀ ਮਾਹਿਰ। ਸੋ ਸਾਡੇ ਅੱਜ ਦੇ ਮਹਿਮਾਨ ਨੇ ਸੀਨੀਅਰ ਐਡਵੋਕੇਟ ਪੀਪੀ ਸਿੰਘ ਅਹਲੂਵਾਲੀਆ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਰ ਸਵਾਗਤ ਹੈ। ਸੋ ਸਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦੀ ਹਾਂ ਅੱਜ ਦਾ ਸਾਡਾ ਵਿਸ਼ਾ ਕੀ ਹੈ, ਜਿਸ ਤੇ ਅੱਜ ਅਸੀਂ ਅਹਲੂਵਾਲੀਆ ਸਰ ਦੇ ਨਾਲ ਗੱਲਬਾਤ ਕਰਾਂਗੇ। ਦੋਸਤੋ, ਕਈ ਵਾਰ ਹੁੰਦਾ ਹੈ ਜਦੋਂ ਵਿਆਹ ਹੁੰਦਾ ਹੈ ਨਾ ਕਿਸੇ ਪਰਿਵਾਰ ਦੇ ਵਿੱਚ, ਉਸ ਤੋਂ ਬਾਅਦ ਉਸ ਪਰਿਵਾਰ ਦੀ ਚਾਹ ਹੁੰਦੀ ਹੈ ਕਿ ਇੱਕ ਬੱਚਾ ਹੋ ਜਾਏ ਤਾਂ ਕਿ ਉਹਨਾਂ ਦਾ ਪਰਿਵਾਰ ਜੋ ਹੈ ਉਹ ਪੂਰਾ ਹੋ ਜਾਏ। ਪਰ ਕਈ ਵਾਰ ਕਈ ਮੈਡੀਕਲ ਕਾਰਨਾਂ ਕਰਕੇ ਉਹ ਪਰਿਵਾਰ ਬੱਚੇ ਦੇ ਉਸ ਸੁੱਖ ਤੋਂ, ਉਸ ਖੁਸ਼ੀ ਤੋਂ ਵਾਂਝਾ ਰਹਿ ਜਾਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਉਸ ਸੁੱਖ ਬਾਰੇ ਸੋਚ ਵੀ ਨਹੀਂ ਸਕਦਾ ਜਾਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦਾ, ਕਿਉਂਕਿ ਸਾਡਾ ਕਾਨੂੰਨ ਇੱਕ ਰਾਸਤਾ ਉਹਨਾਂ ਨੂੰ ਦਿੰਦਾ ਹੈ। ਉਹ ਰਾਸਤਾ ਹੈ ਅਡਾਪਸ਼ਨ ਦਾ, ਜਿਸ ਨੂੰ ਅਸੀਂ ਕਹਿ ਲੈਂਦੇ ਹਾਂ ਗੋਦ ਲੈਣਾ। ਸੋ ਕਿਵੇਂ ਤੁਸੀਂ ਇੱਕ ਬੱਚਾ ਅਡਾਪਟ ਕਰ ਸਕਦੇ ਹੋ, ਉਸ ਨੂੰ ਗੋਦ ਲੈ ਸਕਦੇ ਹੋ, ਉਸ ਦੀ ਕੀ ਪ੍ਰਕਿਰਿਆ ਹੈ, ਇਹੀ ਸਾਡਾ ਅੱਜ ਦਾ ਵਿਸ਼ਾ ਹੈ। ਇਸ ਤੇ ਅਸੀਂ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾ ਸਵਾਲ, ਅਡਾਪਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਗੋਦ ਲੈਣ ਬਾਰੇ ਅਸੀਂ ਗੱਲ ਕਰਦੇ ਹਾਂ, ਕੀ ਉਸ ਦੀ ਕਾਨੂੰਨੀ ਪ੍ਰਕਿਰਿਆ ਹੈ, ਕੀ ਸ਼ਰਤਾਂ ਨੇ ਜਿਨ੍ਹਾਂ ਨੂੰ ਇੱਕ ਕਪਲ ਨੂੰ ਜਾਂ ਇੱਕ ਪਰਿਵਾਰ ਨੂੰ ਪੂਰਾ ਕਰਨਾ ਪੈਂਦਾ ਹੈ? ਨੀਲਮ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਦੀ ਤੋਂ ਬਾਅਦ ਕਈਆਂ ਦੇ ਆਪਣਾ ਬੱਚਾ ਨਹੀਂ ਹੁੰਦਾ। ਜਿਸ ਲਈ ਆਪਣਾ ਬੱਚਾ ਨਹੀਂ ਹੁੰਦਾ, ਕਾਫੀ ਸਾਲਾਂ ਤੋਂ ਬਾਅਦ ਤੁਸੀਂ ਆਪਣਾ ਟ੍ਰੀਟਮੈਂਟ ਵਗੈਰਾ ਵੀ ਕਰਵਾਉਂਦੇ ਹੋ, ਪਰ ਫਿਰ ਤੁਸੀਂ ਇਹ ਸੋਚਦੇ ਹੋ ਕਿ ਪਰਿਵਾਰ ਤੇ ਅੱਗੇ ਵਧਾਉਣਾ ਹੀ ਹੈ, ਤੇ ਫਿਰ ਤੁਸੀਂ ਬੱਚਾ ਅਡਾਪਟ ਕਰਨ ਲਈ ਗੋਦ ਲੈਣ ਬਾਰੇ ਸੋਚਦੇ ਹੋ। ਜਿਸ ਲਈ ਤੁਸੀਂ ਗੋਦ ਲੈਣ ਬਾਰੇ ਸੋਚਦੇ ਹੋ ਤੇ ਤੁਹਾਡੇ ਜ਼ਿਹਨ 'ਚ ਇੱਕ ਆਉਂਦਾ ਹੈ ਕਿ ਕੀ ਤੁਸੀਂ ਬੱਚਾ ਜਿਹੜਾ ਗੋਦ ਲੈਣਾ ਉਹ ਆਪਣੇ ਪਰਿਵਾਰ 'ਚੋਂ ਕਿਸੇ ਰਿਲੇਟਿਵਸ 'ਚੋਂ ਅਡਾਪਟ ਕਰਨਾ ਹੈ ਜਾਂ ਤੁਸੀਂ ਬਾਹਰੋਂ ਅਡਾਪਟ ਕਰ ਸਕਦੇ ਹੋ। ਠੀਕ ਹੈ, ਜਿਸ ਵੇਲੇ ਤੁਸੀਂ ਬਾਹਰੋਂ ਅਡਾਪਟ ਕਰਨ ਦੀ ਗੱਲ ਕਰਦੇ ਹੋ ਤੇ ਫਿਰ ਜਿਹੜਾ ਹੈ ਉਹ ਔਰਫਨੇਜ ਵੀ ਨੇ, ਜਿਹੜੇ ਕਿ ਰਿਕੋਗਨਾਈਜ਼ਡ ਐਸੋਸੀਏਸ਼ਨਸ ਨੇ, ਏਜੰਸੀਜ਼ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਬੱਚਾ ਅਡਾਪਟ ਕਰ ਸਕਦੇ ਹੋ। ਉਹ ਜਿਸ ਵੇਲੇ ਗੋਦ ਲੈਣ ਲਈ ਤੁਸੀਂ ਉੱਥੇ ਅਪਲਾਈ ਕਰਦੇ ਹੋ, ਠੀਕ ਹੈ, ਅੱਜ ਕੱਲ੍ਹ ਕਾਰਾਂ ਦੇ ਜਿਹੜਾ ਹੈ ਉਹਦੇ ਔਨਲਾਈਨ ਅਪਲਾਈ ਕਰਨਾ ਪੈਂਦਾ ਹੈ। ਕਾਰਾਂ ਨੇ ਇੱਕ ਸਿਸਟਮ ਬਣਾ ਦਿੱਤਾ ਹੈ ਕਿ ਔਨਲਾਈਨ ਤੁਸੀਂ ਬੱਚਾ ਅਡਾਪਟ ਅਪਲਾਈ ਕਰਨਾ। ਜਿਹੜੀਆਂ ਵੀ ਇੰਸਟੀਟਿਊਸ਼ਨ ਜਾਂ ਚਾਈਲਡ ਕੇਅਰ ਏਜੰਸੀਜ਼ ਨੇ ਜਾਂ ਆਰਗੇਨਾਈਜੇਸ਼ਨਸ ਨੇ, ਉਹਨਾਂ ਕੋਲ ਵੀ ਜਿਹੜੇ ਬੱਚੇ ਨੇ ਉਹਨਾਂ ਨੇ ਔਨਲਾਈਨ ਪੋਰਟਲ ਬਣਿਆ ਹੋਇਆ, ਔਨਲਾਈਨ ਪੋਰਟਲ 'ਤੇ ਉਹਨਾਂ ਨੇ ਪਾ ਦੇਣੇ। ਫਿਰ ਜਿਸ ਵੇਲੇ ਤੁਹਾਡੀ ਵਾਰੀ ਆਏਗੀ, ਸੀਨੀਅਰਟੀ ਬਣ ਜਾਂਦੀ ਹੈ, ਅਤੇ ਜਿਸ ਵੇਲੇ ਤੁਹਾਡੀ ਵਾਰੀ ਆਏਗੀ ਉੱਥੋਂ ਤੁਹਾਨੂੰ ਬੱਚਾ ਮਿਲ ਜਾਏਗਾ। ਠੀਕ ਹੈ, ਇਹ ਗੋਦ ਲੈਣ ਦੇ ਨਾਲ ਇਹ ਹੋ ਜਾਂਦਾ ਕਿ ਜਿਹੜਾ ਵੀ ਬੱਚਾ ਤੁਸੀਂ ਗੋਦ ਲੈਂਦੇ ਹੋ, ਜਦੋਂ ਤੁਸੀਂ ਉਹ ਬੱਚਾ ਗੋਦ ਲੈ ਲਿਆ ਅਤੇ ਜੇ ਕਿਸੇ ਪਰਿਵਾਰ ਤੋਂ ਲੈਂਦੇ ਹੋ ਤੇ ਉਸ ਪਰਿਵਾਰ ਦੇ ਵਿੱਚ ਉਹਦੇ ਜਿਹੜੇ ਵੀ ਰਾਈਟਸ ਨੇ ਉਹ ਖਤਮ ਹੋ ਜਾਂਦੇ ਨੇ, ਤੇ ਜਿਹਨੇ ਗੋਦ ਲੈ ਲਿਆ, ਜਿਸ ਪਰਿਵਾਰ 'ਚੋਂ ਗੋਦ ਲੈ ਕੇ ਚਲਾ ਗਿਆ, ਉਹੀ ਰਾਈਟਸ ਉਹਨੂੰ ਮਿਲਣਗੇ ਜਿਹੜੇ ਕਿ ਆਪਣੇ ਜੰਮੇ ਹੋਏ ਬੱਚੇ ਬਾਇਓਲੋਜੀਕਲ ਚਾਈਲਡ ਨੂੰ ਮਿਲਦੇ ਨੇ। ਅੱਛਾ ਸਰ, ਇੱਕ ਹੋਰ ਸਵਾਲ, ਜਿਵੇਂ ਕਿ ਤੁਸੀਂ ਕਾਰਾਂ ਦੇ ਜ਼ਿਕਰ ਕਰ ਰਹੇ ਸੀ ਕਿ ਕਾਰਾਂ ਦੀਆਂ ਜੋ ਸ਼ਰਤਾਂ ਹੁੰਦੀਆਂ ਨੇ ਉਸ ਨੂੰ ਪੂਰਾ ਕਰਨਾ ਪੈਂਦਾ ਹੈ, ਉਹ ਅੱਗੇ ਕੀ ਪ੍ਰਕਿਰਿਆ ਹੈ, ਕੀ ਸ਼ਰਤਾਂ ਹੁੰਦੀਆਂ ਨੇ ਤੇ ਕੀ ਕੀ ਡਾਕੂਮੈਂਟਸ ਚਾਹੀਦੇ ਹੁੰਦੇ ਨੇ ਜਦੋਂ ਤੁਸੀਂ ਕਿਸੇ ਬੱਚੇ ਨੂੰ ਅਡਾਪਟ ਕਰਨ ਬਾਰੇ ਸੋਚਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਕਾਰਾਂ ਬਾਰੇ ਦੱਸਾਂਗਾ ਕਿ ਸੈਂਟਰਲ ਅਡਾਪਸ਼ਨ ਰਿਸੋਰਸ ਏਜੰਸੀ ਹੈ, ਠੀਕ ਹੈ, ਗਵਰਨਮੈਂਟ ਆਫ ਇੰਡੀਆ ਦੀ, ਜਿਹਦਾ ਆਰ ਕੇ ਪੁਰਮ ਦਿੱਲੀ ਵਿੱਚ ਆਫਿਸ ਹੈ। ਇਹ ਇੱਕ ਲੀਗਲ ਬਾਡੀ ਹੈ, ਆਟੋਨੋਮਸ ਬਾਡੀ ਹੈ, ਜਿਹੜੀ ਕਿ ਕਾਨੂੰਨ ਦੇ ਤਹਿਤ ਬਣੀ ਹੋਈ ਹੈ। ਇਸ ਨੂੰ ਇਹ ਇਖਤਿਆਰ ਹੈ ਜਦੋਂ ਵੀ ਕੋਈ ਬੱਚਾ ਅਡਾਪਸ਼ਨ ਦੇ ਵਿੱਚ ਦੇਣਾ, ਖਾਸ ਕਰ ਜਿਹੜੇ ਔਰਫਨੇਜ ਤੋਂ ਆਪਾਂ ਬੱਚੇ ਲੈਣੇ ਆ। ਜੇ ਫੋਰਨ ਬੱਚਾ ਲੈ ਕੇ ਜਾਣਾ ਤੇ ਕਾਰਾਂ ਤੋਂ NOC ਲੈਣੀ ਜ਼ਰੂਰੀ ਹੈ। ਜੇ ਤੁਸੀਂ ਬੱਚਾ ਇੰਡੀਆ ਦੇ ਵਿੱਚ ਲੈਣਾ ਕਿਸੇ ਨੇ, ਤਾਂ ਉਹੀ ਕਾਰਾਂ ਦਾ ਆਨਲਾਈਨ ਪੋਰਟਲ ਬਣਿਆ ਹੈ ਜਿੱਥੇ ਤੁਸੀਂ ਅਪਲਾਈ ਕਰਦੇ ਹੋ, ਜਿੱਥੇ ਸੀਨੀਅਰਟੀ ਲਿਸਟ ਹੈ, ਉੱਥੋਂ ਤੁਸੀਂ ਬੱਚਾ ਅਡਾਪਸ਼ਨ ਦੇ ਵਿੱਚ ਲੈ ਸਕਦੇ ਹੋ। ਕਾਰਾਂ ਦੀ NOC ਜਾਂ ਕਾਰਾਂ ਦੀ ਪਰਮਿਸ਼ਨ ਤੋਂ ਬਗੈਰ ਜਿਹੜਾ ਉਹ ਕੋਈ ਬੱਚਾ ਨਹੀਂ ਕੀਤਾ ਜਾ ਸਕਦਾ। ਬਿਲਕੁਲ ਸਰ, ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਕਿ ਸੀਨੀਅਰਿਟੀ ਦੇ ਬੇਸਿਸ ਤੇ, ਯਾਨੀ ਕਿ ਪ੍ਰਾਇੋਰਿਟੀ ਦੇ ਬੇਸਿਸ ਤੇ ਹੀ ਬੱਚਾ ਤੁਹਾਨੂੰ ਗੋਦ ਮਿਲ ਸਕਦਾ ਹੈ। ਯਾਨੀ ਕਿ ਮੈਂ ਚਾਹੁੰਦੀ ਹਾਂ ਸਾਡੇ ਦਰਸ਼ਕਾਂ ਨੂੰ ਇਹ ਕਲੀਅਰ ਕਰੋ, ਜਿਵੇਂ ਕਿ ਅਸੀਂ ਛੋਟੇ ਹੁੰਦੇ ਫਿਲਮਾਂ 'ਚ ਬੜਾ ਦੇਖਿਆ ਕਰਦੇ ਸੀ ਕਿ ਦੋ ਮਾਂ-ਬਾਪ ਜਾਂ ਜੋ ਪੇਰੈਂਟਸ ਹੁੰਦੇ ਨੇ ਉਹ ਜਾਂਦੇ ਨੇ ਅਨਾਥਾਲय ਦੇ ਵਿੱਚ ਤੇ ਕੋਈ ਬੱਚਾ ਉਹਨਾਂ ਨੂੰ ਪਸੰਦ ਆ ਜਾਂਦਾ ਹੈ ਤੇ ਉਹ ਉਸ ਬੱਚੇ ਨੂੰ ਗੋਦ ਲੈਣ ਬਾਰੇ ਸੋਚਦੇ ਨੇ। ਕਿ ਅੱਜ ਵੀ ਅਜਿਹਾ ਹੁੰਦਾ ਹੈ ਕਿ ਤੁਸੀਂ ਆਪਣੀ ਪਸੰਦ ਦਾ ਬੱਚਾ ਗੋਦ ਲੈ ਸਕਦੇ ਹੋ? ਦੇਖੋ, ਇਸ ਤਰ੍ਹਾਂ ਕਿ ਪਹਿਲਾਂ ਕਦੀ ਵੀ ਅਸੀਂ ਕਿਸੇ ਔਰਫਨੇਜ ਕੋਲੋਂ ਜਾਂਦੇ ਸੀ, ਉੱਥੇ ਬੱਚਾ ਜੇ ਅਵੇਲੇਬਲ ਹੁੰਦਾ ਸੀ, ਅਸੀਂ ਉਹ ਬੱਚਾ ਪਸੰਦ ਕਰ ਲੈਂਦੇ ਸੀ ਔਰ ਅਸੀਂ ਉਹ ਬੱਚਾ ਅਡਾਪਸ਼ਨ ਲਈ ਅਪਲਾਈ ਕਰ ਦਿੰਦੇ ਸੀ ਔਰ ਇੰਸਟੀਟਿਊਸ਼ਨ ਦੇ ਦਿੰਦੀਆਂ ਸੀ। ਹੁਣ ਕੁਝ ਸਾਲ ਪਹਿਲੇ ਅਡਾਪਸ਼ਨ ਰੈਗੂਲੇਸ਼ਨਸ ਜਿਹੜੀਆਂ ਕਾਰਾਂ ਨੇ ਗਾਈਡਲਾਈਨਸ ਅਮੈਂਡ ਕਰ ਦਿੱਤੀਆਂ। ਜੁਵੀਨਾਈਲ ਜਸਟਿਸ ਐਕਟ ਹੈ ਜਿਹਦੇ ਤਹਿਤ ਬੱਚਾ ਗੋਦ 'ਚ ਦਿੱਤਾ ਜਾਂਦਾ ਔਰ ਜਿਹੜਾ ਔਰਫਨ ਚਿਲਡਰਨ ਹੈ
ਤੇ ਉਹ ਜਿਹੜੀਆਂ ਅਮੈਂਡਮੈਂਟ ਤੋਂ ਬਾਅਦ ਹੁਣ ਇਹ ਹੈ ਕਿ ਉਹਨਾਂ ਨੇ ਇੱਕ ਆਨਲਾਈਨ ਪੋਰਟਲ ਬਣਾ ਦਿੱਤਾ ਹੈ। ਠੀਕ ਹੈ, ਹੁਣ ਕੋਈ ਵੀ ਇੰਸਟੀਟਿਊਸ਼ਨ ਤੁਹਾਨੂੰ ਡਾਇਰੈਕਟ ਬੱਚਾ ਨਹੀਂ ਦੇ ਸਕਦੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਅੱਗੇ ਹੁੰਦਾ ਸੀ ਕਿ ਹਸਪੀਟਲ ਤੋਂ ਬੱਚਾ ਲੈ ਲਿਆ, ਠੀਕ ਹੈ, ਗੁਰਦੁਆਰੇ ਕੋਈ ਬੱਚਾ ਛੱਡ ਗਿਆ, ਕੋਈ ਸੜਕ ਤੇ ਪਿਆ ਬੱਚਾ ਛੱਡ ਗਿਆ, ਉਹ ਤੁਸੀਂ ਅਡਾਪਸ਼ਨ 'ਚ ਲੈ ਲੈਂਦੇ ਸੀ। ਹੁਣ ਤੇ ਇਹ ਹੈ ਕਿ ਆਨਲਾਈਨ ਤੁਹਾਨੂੰ ਅਪਲਾਈ ਕਰਨਾ ਪਏਗਾ। ਜਿਹੜੀਆਂ ਵੀ ਇੰਸਟੀਟਿਊਸ਼ਨ ਹੈ ਉਹਨਾਂ ਕੋਲ ਜਿੰਨੇ ਬੱਚੇ ਆ ਉਹ ਆਨਲਾਈਨ ਪੋਰਟਲ ਤੇ ਪਾਉਣਗੇ। ਔਰ ਕਾਰਾ ਜਿਸ ਵੇਲੇ ਤੁਸੀਂ ਕਹਿੰਦੇ ਹੋ ਕਿ ਬੱਚਾ ਆਪਣੀ ਪਸੰਦ ਦਾ ਲੈਣਾ, ਕਾਰਾ ਜਿਹੜੀ ਆ ਉਹ ਜਿਸ ਵੇਲੇ ਤੁਹਾਡੀ ਵਾਰੀ ਆਏਗੀ, ਠੀਕ ਹੈ, ਸੀਨੀਅਰਟੀ ਦੇ ਵਿੱਚ, ਉਦੋਂ ਤੁਹਾਨੂੰ 2 ਬੱਚੇ ਆਫਰ ਕਰਨਗੇ। ਸੋ ਫਾਰ ਐਜ਼ ਇਨ ਕੰਟਰੀ ਅਡਾਪਸ਼ਨ ਇਜ਼ ਕੰਸਰਨਡ, ਉੱਥੇ 2 ਬੱਚੇ ਤੁਹਾਨੂੰ ਇਨਫਾਰਮ ਕਰਨਗੇ। ਜੇ ਤੁਹਾਨੂੰ ਬੱਚਾ ਪਸੰਦ ਆ ਜਾਂਦੀ ਹੈ ਤੁਸੀਂ ਓਕੇ ਕਰ ਦਿੰਦੇ ਹੋ ਤੇ ਉਹ ਬੱਚਾ ਤੁਹਾਨੂੰ ਮਿਲ ਜਾਏਗਾ। ਤੇ ਜੇ ਤੁਹਾਨੂੰ ਬੱਚਾ ਦੋਨਾਂ ਬੱਚਾ ਚੋਂ ਪਸੰਦ ਨਹੀਂ ਆਉਂਦਾ ਫਿਰ ਤੁਸੀਂ ਸੀਨੀਅਰਟੀ ਲਿਸਟ 'ਚ ਫਿਰ ਵਾਪਸ ਚਲ ਜਾਂਦੇ ਹੋ ਦੁਬਾਰਾ ਤੋਂ, ਫਿਰ ਤੁਹਾਨੂੰ ਉਹੀ ਪੂਰਾ ਪ੍ਰੋਸੀਜਰ ਫੋਲੋ ਕਰਨਾ ਪਏਗਾ। ਹਾਂ, ਇੱਕ ਹੋਰ ਸਵਾਲ ਇਸ ਦੇ ਨਾਲ ਜੁੜਿਆ ਹੋਇਆ, ਜਿਵੇਂ ਅਸੀਂ ਗੱਲ ਕਰ ਰਹੇ ਸੀ, ਕਈ ਵਾਰ ਇਦਾਂ ਹੁੰਦਾ ਹੈ ਕਿ ਜੋ ਪਰਿਵਾਰ ਹੁੰਦੇ ਨੇ ਜਾਂ ਜੋ ਬੜੇ ਬਜ਼ੁਰਗ ਹੁੰਦੇ ਨੇ ਉਹ ਇਸ ਗੱਲ ਦੀ ਪਰਮਿਸ਼ਨ ਨਹੀਂ ਦਿੰਦੇ ਕਿ ਤੁਸੀਂ ਕਿਸੇ ਅਨਾਥਾਲय ਤੋਂ ਬੱਚਾ ਗੋਦ ਲਓ। ਉਹ ਕਹਿੰਦੇ ਨੇ ਕਿ ਰਿਸ਼ਤੇਦਾਰੀ ਦੇ ਵਿੱਚ ਕਿਸੇ ਦਾ ਬੱਚਾ ਹੈ, ਤੁਸੀਂ ਉਹ ਗੋਦ ਲੈ ਲਓ। ਉਹਨਾਂ ਦਾ ਤਰਕ ਹੁੰਦਾ ਹੈ ਕਿ ਆਪਣਾ ਖੂਨ ਤਾਂ ਆਪਣਾ ਖੂਨ ਹੀ ਹੁੰਦਾ ਹੈ। ਬੜੇ ਬਜ਼ੁਰਗਾਂ ਦੀ ਗੱਲਾਂ ਨੇ, ਅਸੀਂ ਉਸ ਨੂੰ ਕੁਝ ਕਹਿ ਨਹੀਂ ਸਕਦੇ। ਸੋ ਇਸ ਮਾਮਲੇ ਦੇ ਵਿੱਚ, ਕਿਉਂਕਿ ਅਸੀਂ ਕਈ ਵਾਰ ਅਜਿਹੇ ਕੇਸਾਂ ਦੇ ਵਿੱਚ ਦੇਖਿਆ ਹੈ ਕਿ ਪਹਿਲਾਂ ਮਾਂ-ਬਾਪ ਬੱਚਾ ਗੋਦ ਦੇ ਦਿੰਦੇ ਨੇ, ਪਰ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਫਿਰ ਉਹ ਉਸ ਬੱਚੇ ਤੇ ਆਪਣਾ ਦਾਅਵਾ ਕਰਦੇ ਨੇ ਕਿ ਇਹ ਬੱਚਾ ਤਾਂ ਸਾਡਾ ਹੈ। ਸੋ ਅਜਿਹਾ ਉਹਨਾਂ ਨੂੰ ਭਵਿੱਖ ਦੇ ਵਿੱਚ ਨਾ ਦੇਖਣਾ ਪਵੇ, ਇਸ ਦੇ ਲਈ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਜੈਸਟ ਕਰਨਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਪ੍ਰਕਿਰਿਆ ਫੋਲੋ ਕਰਨ? ਦੇਖੋ, ਕਾਨੂੰਨ ਦੇ ਤਹਿਤ ਜੇ ਕੋਈ ਇੱਕ ਵਾਰੀ ਅਡਾਪਸ਼ਨ ਹੋ ਜਾਂਦੀ ਹੈ ਤੇ ਉਹ ਲੀਗਲੀ ਕੰਪਲੀਟ ਹੈ, ਉਹਨੂੰ ਬੱਚਾ ਵਾਪਸ ਨਹੀਂ ਕੀਤਾ ਜਾ ਸਕਦਾ। ਨੰਬਰ 1। ਨੰਬਰ 2, ਜਿਹੜੀ ਗੱਲ ਤੁਸੀਂ ਕੀਤੀ ਕਿ ਕਈ ਵਾਰ ਬੱਚਾ ਜਿਹੜਾ ਆਪਣਾ ਦੇ ਦਿੱਤਾ, ਫੈਮਿਲੀ ਦੇ ਵਿੱਚ ਰਿਲੇਟਿਵ ਅਡਾਪਸ਼ਨਸ ਹੋ ਜਾਂਦੀਆਂ, ਉਹਦੇ ਵਿੱਚ ਤੁਸੀਂ ਆਪਣਾ ਬੱਚਾ, ਪਰਿਵਾਰ ਦੇ ਵਿੱਚ ਕਿਸੇ ਕਪਲ ਕੋ ਆਪਣਾ ਬੱਚਾ ਨਹੀਂ ਹੈ, ਤੁਸੀਂ ਆਪਣਾ ਬੱਚਾ ਉਹਨਾਂ ਨੂੰ ਗੋਦ ਦੇ ਦਿੰਦੇ ਹੋ। ਉਹ ਚੀਜ਼ ਦਾ ਕਈਆਂ ਦਾ ਮੋਟਿਵ ਹੁੰਦਾ, ਮੋਟਿਵ ਇਹ ਹੁੰਦਾ ਸਮਟਾਈਮਸ ਤੁਹਾਨੂੰ ਹੁੰਦਾ ਕਿ ਜਿਹੜੀ ਪ੍ਰੋਪਰਟੀ ਹੈ ਪਰਿਵਾਰ ਦੀ, ਜੇ ਕੱਲ੍ਹ ਕੋਈ ਬੱਚਾ ਬਾਹਰੋਂ ਗੋਦ ਲੈਂਦਾ ਤੇ ਪ੍ਰੋਪਰਟੀ ਜਿਹੜੀ ਆ ਉਹ ਬਾਹਰ ਚਲੀ ਜਾਏਗੀ, ਕਿਉਂਕਿ ਬੱਚੇ ਦੇ ਕੋਲ ਲੀਗਲ ਰਾਈਟਸ ਹੈ ਇਨਹੈਰੀਟੈਂਸ ਤੇ, ਠੀਕ ਹੈ। ਤੇ ਜੇ ਤੁਸੀਂ ਆਪਣਾ ਬੱਚਾ ਦੇ ਦਿੰਦੇ ਹੋ ਤੇ ਘਰ ਦੀ ਜਾਇਦਾਦ ਜਿਹੜੀ ਆ ਉਹ ਆਪਣੇ ਪਰਿਵਾਰ 'ਚ ਹੀ ਰਹੇਗੀ। ਇਸ ਕਰਕੇ ਤੁਸੀਂ ਉਹ ਬੱਚਾ ਗੋਦ ਦੇ ਵਿੱਚ ਦੇ ਦਿੰਦੇ ਹੋ। ਔਰ ਸਮਟਾਈਮਸ ਇਹ ਵੀ ਹੁੰਦਾ ਕਿ ਤੁਸੀਂ ਫਿਰ ਉਹ ਬੱਚਾ ਅਡਾਪਸ਼ਨ ਕੈਂਸਲ ਕਰਵਾਉਣ ਦੀ ਜਿਹੜੀ ਹੈ ਉਹ ਵੀ ਐਪਲੀਕੇਸ਼ਨ ਦੇ ਦਿੰਦੇ ਹੋ, ਕਈ ਵਾਰੀ ਕੋਰਟ ਦੇ ਵਿੱਚ ਵੀ ਮੂਵ ਕਰ ਦਿੰਦੇ ਹੋ, ਪਰ ਉਹ ਅਲਾਉਡ ਨਹੀਂ ਹੈ। ਜੇ ਇੱਕ ਵਾਰੀ ਅਡਾਪਸ਼ਨ ਹੋ ਗਈ ਤੇ ਉਹ ਫਾਈਨਲ ਹੈ ਔਰ ਆਲ ਟਾਈਮਸ ਟੂ ਕਮ ਅਡਾਪਸ਼ਨ ਹੈ। ਨੰਬਰ 1। ਨੰਬਰ 2, ਇੱਕ ਫੋਰਨ ਦੇ ਵਿੱਚ ਕਈ ਵਾਰੀ ਸੈਟਲ ਕਰਨ ਲਈ ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਬੱਚਾ ਦੇ ਦਿੰਦੇ ਆ, ਠੀਕ ਹੈ ਨਾ। ਸਾਡੇ ਕੋਲ ਕਈ ਕੇਸ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਬੱਚਾ ਅਸੀਂ ਫੋਰਨ ਭੇਜਣਾ, ਸਾਡੇ ਫਲਾਣੇ ਰਿਸ਼ਤੇਦਾਰ ਉੱਥੇ ਨੇ ਔਰ ਬੱਚਾ ਅਸੀਂ ਸੈਟਲ ਕਰਨਾ ਚਾਹੁੰਦੇ, ਇਸ ਕਰਕੇ ਉਹਨਾਂ ਨੂੰ ਗੋਦ ਵਿੱਚ ਦੇਣਾ। ਔਰ ਕਈ ਵਾਰੀ ਤੇ ਉੱਥੇ ਦੀ ਜਿਹੜੀਆਂ ਫੈਮਲੀਜ਼ ਹੈਗੀਆਂ ਉਹਨਾਂ ਦੇ ਆਪਣੇ ਬੱਚੇ ਵੀ ਹੁੰਦੇ ਆ, ਠੀਕ ਹੈ। ਜੇ ਕਿਸੇ ਕੋਲ ਹਿੰਦੂ ਅਡਾਪਸ਼ਨ ਐਕਟ ਦੇ ਕੀ ਹੈ ਕਿ ਜੇ ਕਿਸੇ ਕੋਲ ਆਲਰੇਡੀ ਲੜਕੀ ਹੈ ਤਾਂ ਉਹ ਲੜਕੀ ਅਡਾਪਟ ਨਹੀਂ ਕਰ ਸਕਦਾ, ਜੇ ਲੜਕਾ ਹੈ ਉਹ ਲੜਕਾ ਅਡਾਪਟ ਨਹੀਂ ਕਰ ਸਕਦਾ। ਫਿਰ ਤੁਸੀਂ ਆਪਣਾ ਬੱਚਾ ਜੇ ਫੋਰਨ ਭੇਜਣਾ ਚਾਹੁੰਦੇ ਹੋ, ਸੈਟਲ ਕਰਨਾ ਚਾਹੁੰਦੇ ਹੋ, ਤੁਸੀਂ ਉਹ ਅਡਾਪਸ਼ਨ ਦਾ ਰਸਤਾ ਜਿਹੜਾ ਉਹ ਵੀ ਚੁਣ ਲੈਂਦੇ ਹੋ ਔਰ ਬੱਚਾ ਅਡਾਪਸ਼ਨ ਦੇ ਵਿੱਚ ਦੇ ਦਿੰਦੇ ਹੋ ਔਰ ਉਹ ਵੀ ਫਾਰਮੈਲਿਟੀ ਜਿਹੜੀਆਂ ਹੈ ਉਹ ਕੰਪਲੀਟ ਕਰਨੀਆਂ। ਪਰ ਇਸ 'ਚ ਮੈਂ ਦੱਸਣਾ ਚਾਹਾਂਗਾ ਕਿ ਹੁਣ ਜਿਹੜੀ ਰਿਲੇਟਿਵ ਅਡਾਪਸ਼ਨ ਹੈ ਉਹਦੇ ਵਿੱਚ ਕਾਰਾ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ। ਮਤਲਬ ਕਾਰਾ ਦੀ ਪਰਮਿਸ਼ਨ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ, ਜਿਹੜੀ ਹੈ ਉਹ ਰਿਲੇਟਿਵ ਅਡਾਪਸ਼ਨ ਵੀ ਨਹੀਂ ਹੋ ਸਕਦੀ। ਸਰ, ਅਗਲਾ ਸਵਾਲ ਮੇਰਾ ਇਹ ਹੈ ਕਿ ਕਈ ਬੱਚੇ ਪੈਦਾ ਹੋਣ ਤੋਂ ਬਾਅਦ ਮਾਂ-ਬਾਪ ਕਿਸੇ ਕਾਰਨ ਕਰਕੇ ਉਹਨਾਂ ਨੂੰ ਤਿਆਗ ਦਿੰਦੇ ਨੇ, ਉਹਨਾਂ ਨੂੰ ਪਾਲਣਾ ਘਰ ਵਿੱਚ ਛੱਡ ਜਾਂਦੇ ਨੇ, ਮੰਦਿਰਾਂ ਦੇ ਬਾਹਰ ਛੱਡ ਜਾਂਦੇ ਨੇ, ਗੁਰਦੁਆਰਿਆਂ ਤੋਂ ਬਾਹਰ ਛੱਡ ਜਾਂਦੇ ਨੇ। ਸੋ ਅਜਿਹੇ ਬੱਚਿਆਂ ਨੂੰ ਗੋਦ ਲੈਣ ਦੇ ਲਈ ਕਿਆ ਉਹੀ ਪ੍ਰੋਸੀਜਰ ਫੋਲੋ ਕਰਨਾ ਹੁੰਦਾ ਹੈ? ਦੇਖੋ, ਇਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਕਈ ਇੰਸਟੀਟਿਊਸ਼ਨ ਜਿਹੜੀਆਂ ਨੇ ਉਹਨਾਂ ਨੇ ਆਪਣੇ ਬਾਹਰ ਜਿਹੜੇ ਨੇ ਨਾ ਉਹ ਪਾਲਣੇ ਲਾਏ ਹੋਏ, ਝੂਲੇ ਲਾਏ ਹੋਏ ਨੇ, ਠੀਕ ਹੈ। ਕਈ ਬੱਚੇ ਜਿਹੜੇ ਨਹੀਂ ਰੱਖਣਾ ਚਾਹੁੰਦੇ। 90% 95% ਬੱਚੇ ਨੇ ਉਹ ਨਿਊਲੀ ਬੋਰਨ ਹੁੰਦੇ ਆ, ਕਈ ਅਨਵੈਡ ਮਦਰਸ 'ਚ ਹੁੰਦੇ ਨੇ, ਕਈ ਜਿਹੜੇ ਆ ਉਹਨਾਂ ਦੇ ਜ਼ਿਆਦਾ ਲੜਕੀਆਂ ਹੋ ਗਈਆਂ ਉਹ ਤਾਂ, ਜਾਂ ਕਈ ਵਾਰੀ ਇਹ ਹੁੰਦਾ ਕਿ ਤੁਹਾਡੀ ਮਾਲੀ ਹਾਲਤ ਇਦਾਂ ਦੀ ਹੈਗੀ ਹੈ ਤੁਸੀਂ ਬੱਚੇ ਨੂੰ ਨਹੀਂ ਪਾਲ ਸਕਦੇ, ਕੋਈ ਵੀ ਕਾਰਨ ਹੋ ਸਕਦਾ ਹੈ, ਤਾਂ ਉਹ ਬੱਚਾ ਤੁਸੀਂ ਉੱਥੇ ਝੂਲੇ ਦੇ ਵਿੱਚ ਪਾ ਦਿੰਦੇ ਹੋ। ਜੇ ਤੇ ਝੂਲੇ 'ਚ ਪਾ ਦਿੱਤਾ ਗਿਆ ਤਾਂ ਬੱਚਾ ਅਬੰਡੈਂਟ ਚਾਈਲਡ ਗਿਣਿਆ ਜਾਏਗਾ। ਕਈ ਵਾਰੀ ਤੁਸੀਂ ਖੁਦ ਵੀ ਜਾ ਕੇ ਇੰਸਟੀਟਿਊਸ਼ਨ ਨੂੰ ਬੱਚਾ ਸਰੈਂਡਰ ਕਰ ਦਿੰਦੇ ਹੋ ਤੇ ਸਰੈਂਡਰ ਡੀਡ ਵਗੈਰਾ ਜਿਹੜੀ ਆ ਉਹ ਸਾਈਨ ਕਰਨੀ ਪੈਂਦੀ ਹੈ। ਔਰ ਜੇ ਤੁਸੀਂ 1 ਮਹੀਨੇ ਦੇ ਵਿੱਚ ਉਹ ਸਰੈਂਡਰ ਬੱਚਾ ਵਾਪਸ ਨਹੀਂ ਲੈਂਦੇ ਤੇ ਉਹ ਫ੍ਰੀ ਫਾਰ ਅਡਾਪਸ਼ਨ ਗਿਣਿਆ ਜਾਂਦਾ। ਜਿਸ ਵੇਲੇ ਵੀ ਕੋਈ ਬੱਚਾ ਇੱਦਾਂ ਪਾਲਣੇ 'ਚ ਪਾਇਆ ਜਾਂ ਤੁਸੀਂ ਸਰੈਂਡਰ ਕੀਤਾ ਤੇ ਜਿਹੜੀ ਇੰਸਟੀਟਿਊਸ਼ਨ ਹੈ, ਜਿਹੜੀ ਸਪੈਸ਼ਲਿਸਟ ਅਡਾਪਸ਼ਨ ਏਜੰਸੀ ਹੈ, ਉਹਨੇ ਉਹ ਬੱਚਾ ਹਰ ਡਿਸਟ੍ਰਿਕਟ ਦੇ ਵਿੱਚ ਚਾਈਲਡ ਵੈਲਫੇਅਰ ਕਮੇਟੀਜ਼ ਬਣੀਆਂ ਹੋਈਆਂ, 24 ਘੰਟੇ ਦੇ ਅੰਦਰ ਅੰਦਰ ਉਹ ਬੱਚਾ ਚਾਈਲਡ ਵੈਲਫੇਅਰ ਕਮੇਟੀ ਕੋ ਪ੍ਰੈਜ਼ੈਂਟ ਕੀਤਾ ਜਾਏਗਾ ਕਿ ਇਹ ਬੱਚਾ ਆਇਆ। ਚਾਈਲਡ ਵੈਲਫੇਅਰ ਕਮੇਟੀ ਫਿਰ ਜਿਹੜੀ ਆ ਉਹ
ਅਖਤਿਆਰ ਦੇਗੀ ਤੁਸੀਂ ਇਹ ਬੱਚਾ ਆਪਣੇ ਕੋਲ ਰਿਟੇਨ ਕਰ ਸਕਦੇ ਹੋ। ਔਰ ਉਹ ਬੱਚਾ ਅਡਾਪਸ਼ਨ ਦੇ ਵਿੱਚ ਤਦ ਤੱਕ ਨਹੀਂ ਜਾ ਸਕਦਾ ਜਦ ਤੱਕ ਲੀਗਲੀ ਫ੍ਰੀ ਫॉर ਅਡਾਪਸ਼ਨ ਡਿਕਲੇਅਰ ਨਹੀਂ ਕੀਤਾ ਜਾਂਦਾ ਬਾय ਦਾ ਚਾਈਲਡ ਵੈਲਫੇਅਰ ਕਮੇਟੀ। ਸਰ ਇਸੇ ਨਾਲ ਜੁੜਿਆ ਸਾਡਾ ਅਗਲਾ ਸਵਾਲ ਹੈ, ਜਿਵੇਂ ਕਿ ਕਹਿ ਦਿੰਦੇ ਨੇ ਕਿ ਜੋ ਬੱਚੇ ਪਾਲਣਾ ਘਰ ਵਿੱਚ ਛੱਡ ਦਿੰਦੇ ਨੇ, ਅਜਿਹਾ ਵੀ ਤੁਸੀਂ ਸ਼ਾਇਦ ਬਹੁਤ ਸਾਰੇ ਮਾਮਲੇ ਦੇਖੇ ਵੀ ਹੋਣੇ, ਕਿਉਂਕਿ ਤੁਸੀਂ ਬਹੁਤ ਵਕਤ ਤੋਂ ਅਜਿਹੇ ਕੇਸਿਸ ਨੂੰ ਸੋਲਵ ਕਰ ਰਹੇ ਹੋ, ਆਪਣਾ ਹਿੱਸਾ ਇਹਨਾਂ ਦੇ ਵਿੱਚ ਪਾ ਰਹੇ ਹੋ, ਕਿ ਕਈ ਵਾਰ ਹੁੰਦਾ ਹੈ ਕਿ ਬੱਚੇ ਛੱਡ ਤਾਂ ਜਾਂਦੇ ਨੇ ਪਰ ਕੁਝ ਘੰਟਿਆਂ ਬਾਅਦ ਜਾਂ ਕੁਝ ਦਿਨਾਂ ਬਾਅਦ ਉਹਨਾਂ ਦਾ ਦਿਲ ਬਦਲ ਗਿਆ ਕਿ ਨਹੀਂ ਅਸੀਂ ਆਪਣਾ ਬੱਚਾ ਵਾਪਸ ਲੈ ਆਈਏ, ਤਾਂ ਕਿਆ ਉਹ ਆਪਣਾ ਬੱਚਾ ਵਾਪਸ ਲੈ ਸਕਦੇ ਨੇ? ਮੈਂ ਤੁਹਾਨੂੰ ਦੱਸਿਆ ਕਿ ਜਿੱਥੇ ਤੱਕ ਤੇ ਸਰੈਂਡਰ ਕੀਤਾ ਤੁਸੀਂ ਬੱਚਾ, ਉਹ ਤੇ ਤੁਸੀਂ ਵਾਪਸ ਲੈ ਸਕਦੇ ਹੋ, ਤੁਹਾਡੇ ਕੋਲ 30 ਦਿਨ ਦਾ ਟਾਈਮ ਹੈਗਾ। ਤੇ ਜੇ ਤੁਸੀਂ ਬੱਚਾ ਅਬੰਡਨ ਕਰ ਦਿੱਤਾ, ਠੀਕ ਹੈ, ਔਰ ਅਬੰਡਨ ਬੱਚੇ ਦਾ ਤੇ ਪਤਾ ਨਹੀਂ ਨਾ ਕੌਣ ਛੱਡ ਗਿਆ, ਕਿਹਦਾ ਬੱਚਾ ਹੈ, ਠੀਕ ਹੈ, ਉਹ ਜਿਹੜਾ ਉਹ ਤੁਹਾਨੂੰ ਫਿਰ ਵਾਪਸ ਲੈਣਾ ਔਖਾ ਹੋ ਜਾਂਦਾ, ਅਨਲੈਸ ਅਨਟਿਲ ਬੜੇ ਲੀਗਲ ਪ੍ਰੋਸੀਜਰ 'ਚ ਜਾਓਗੇ, DNA ਟੈਸਟ ਕਰਾਓਗੇ ਤਾਂ ਹੀ ਕੋਈ ਤੇ ਬੱਚਾ ਵਾਪਸ ਮਿਲ ਸਕਦਾ। ਅਦਰਵਾਈਜ਼ ਇੱਕ ਵਾਰੀ ਜੇ ਤੁਸੀਂ ਬੱਚਾ ਅਬੰਡਨ ਕਰ ਦਿੱਤਾ, ਸਰੈਂਡਰ ਕਰ ਦਿੱਤਾ ਔਰ ਬੱਚਾ ਫਿਰ ਅਡਾਪਸ਼ਨ ਦੇ ਵਿੱਚ ਹੀ ਚਲਾ ਗਿਆ, ਫਿਰ ਤੁਸੀਂ ਉਹ ਬੱਚਾ ਵਾਪਸ ਨਹੀਂ ਲੈ ਸਕਦੇ। ਸੋ ਇਹ ਬੱਚਾ ਗੋਦ ਲੈਣ ਬਾਰੇ ਤਾਂ ਅਸੀਂ ਗੱਲ ਕਰ ਰਹੇ ਹਾਂ, ਪਰ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਕਈ ਵਾਰ ਭਾਵੁਕ ਹੋ ਕੇ ਜਾਂ ਕਿਸੇ ਵੀ ਕਾਰਨ ਕਰਕੇ ਅਸੀਂ ਬੱਚਾ ਤਿਆਗ ਦਿੰਦੇ ਹਾਂ। ਅਸੀਂ ਬਹੁਤ ਸਾਰੇ ਮਾਮਲੇ ਜਿਹੇ ਦੇਖਦੇ ਨੇ। ਸੋ ਮੇਰੀ ਅਪੀਲ ਹੈ ਉਹਨਾਂ ਮਾਂ-ਬਾਪ ਨੂੰ ਜਾਂ ਸਿੰਗਲ ਮਦਰਸ ਨੂੰ ਕਿ ਪਲੀਜ਼ ਆਪਣਾ ਬੱਚਾ ਇਸ ਤਰੀਕੇ ਨਾਲ ਪਾਲਣੇ ਘਰ ਵਿੱਚ ਛੱਡਣ ਤੋਂ ਪਹਿਲਾਂ, ਮੰਦਿਰ ਦੇ ਬਾਹਰ ਛੱਡਣ ਤੋਂ ਪਹਿਲਾਂ ਜਾਂ ਗੁਰਦੁਆਰਿਆਂ ਦੇ ਬਾਹਰ ਛੱਡਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ, ਕਿਉਂਕਿ ਉਹ ਨੰਨੀ ਜੀ ਜਾਨ ਜਦੋਂ ਤੁਹਾਡੇ ਹੱਥੋਂ ਇੱਕ ਵਾਰ ਨਿਕਲ ਗਈ ਤਾਂ ਫਿਰ ਉਸ ਨੂੰ ਵਾਪਸ ਲੈਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਅਸੀਂ ਕਹਿ ਲੈਂਦੇ ਹਾਂ ਕਿ ਇੱਕ ਤਰੀਕੇ ਨਾਲ ਨਾਮੁਮਕਿਨ ਹੋ ਜਾਂਦਾ ਹੈ ਜਦੋਂ ਬੱਚਾ ਅਡਾਪਸ਼ਨ ਦੇ ਵਿੱਚ ਚਲਾ ਗਿਆ। ਸਰ ਅਗਲੀ ਅਸੀਂ ਗੱਲ ਕਰਦੇ ਹਾਂ ਕਿ ਕਈ ਵਾਰ ਹੁੰਦਾ ਆ ਮਾਂ-ਬਾਪ ਕਿਸੇ ਬੱਚੇ ਦੇ ਦੋਨੋਂ ਗੁਜ਼ਰ ਗਏ, ਉਸ ਕੇਸ ਦੇ ਵਿੱਚ ਉਹ ਬੱਚੇ ਅਨਾਥ ਗਿਣੇ ਜਾਂਦੇ ਨੇ, ਪਰ ਉਹ 3 ਬੱਚੇ ਨੇ ਪਰਿਵਾਰ ਦੇ। ਸੋ ਕਿਆ ਜੇ ਕੋਈ ਪਰਿਵਾਰ ਉਹਨਾਂ ਬੱਚਿਆਂ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਕਿਆ ਉਹਨਾਂ 3 ਬੱਚਿਆਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਵੇਗਾ ਜਾਂ ਫਿਰ ਇੱਕ ਹੀ ਪਰਿਵਾਰ ਦੇ ਕੋਲ ਉਹ 3 ਬੱਚੇ ਜਾਣਗੇ? ਦੇਖੋ ਇਸ ਤਰ੍ਹਾਂ ਹੈ ਕਿ ਲਾਅ ਇਹ ਕਹਿੰਦਾ ਕਿ ਸਿਬਲਿੰਗਸ ਜਿਹੜੇ ਨੇ, ਇੱਕੋ ਪਰਿਵਾਰ ਦੇ ਜਿਹੜੇ ਬੱਚੇ ਨੇ, ਉਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਠੀਕ ਹੈ, ਅਨਲੈਸ ਐਂਡ ਅੰਟਿਲ ਦੇयर ਆਰ ਐਕਸੈਪਸ਼ਨਲ ਸਰਕਮਸਟੈਂਸਿਸ, ਠੀਕ। ਉਹ ਇਸ ਕੇਸ ਦੇ ਵਿੱਚ ਹੁੰਦਾ। ਹੁਣ ਮੈਂ ਇੱਕ ਕੇਸ ਡੀਲ ਕੀਤਾ ਜਿਹਦੇ ਵਿੱਚ 4 ਬੱਚੇ ਸੀਗੇ। ਬੱਚਿਆਂ ਦੇ ਜਿਹੜੇ ਪੇਰੈਂਟਸ ਸੀਗੇ ਉਹ ਗਰੀਬ ਪਰਿਵਾਰ ਤੋਂ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਐਕਸੀਡੈਂਟ ਦੇ ਵਿੱਚ, ਔਰ 4 ਬੱਚੇ ਜਿਨ੍ਹਾਂ ਦੀ ਉਮਰ ਜਿਹੜੀ ਹੈ 12 ਸਾਲ, 9 ਸਾਲ, 7 ਸਾਲ, 5 ਸਾਲ, ਠੀਕ ਹੈ, 2 ਬੇਟੇ 2 ਬੇਟੀਆਂ, ਔਰ US ਦੀ ਇੱਕ ਫੈਮਿਲੀ ਨੇ ਉਹ ਆਪਟ ਕੀਤਾ ਕਿ ਬੱਚਾ ਅਸੀਂ ਅਡਾਪਸ਼ਨ ਲੈ ਲੈਣੇ ਸਾਰੇ। ਔਰ ਉਹ ਬੱਚਿਆਂ ਦਾ ਫਿਰ ਜਿਹੜਾ ਉਹ ਕਾਰਾ ਤੋਂ ਉਹਨਾਂ ਨੇ ਪਰਮਿਸ਼ਨ ਲੈ ਕੇ, ਇਹ ਜਿਹੜੇ ਫੋਰਨ ਦੇ ਵਿੱਚ ਪੇਰੈਂਟਸ ਰਹਿੰਦੇ ਉਹਨਾਂ ਨੂੰ ਉੱਥੇ ਦੀ ਆਥੋਰਾਈਜ਼ਡ ਅਡਾਪਸ਼ਨ ਏਜੰਸੀ ਜਿਹੜੀ ਆ ਫੋਰਨ ਕੰਟਰੀ ਦੀ, ਜਿਹੜੀ ਕਾਰਾ ਵੱਲੋਂ ਰਿਕੋਗਨਾਈਜ਼ਡ ਹੈ, ਉਹਦੇ ਥਰੂ ਅਪਲਾਈ ਕਰਨਾ ਪੈਂਦਾ ਕਾਰਾ ਨੂੰ। ਉਹਨਾਂ ਨੇ ਉੱਥੋਂ ਅਪਲਾਈ ਕੀਤਾ ਔਰ ਉਹਨਾਂ ਨੇ ਆਪਟ ਕੀਤੇ ਵੀ ਸੀ 4 ਬੱਚੇ ਨੇ ਅਡਾਪਸ਼ਨ ਵਿੱਚ ਜਾਣੇ। ਮੈਂ ਉਹਨਾਂ ਦਾ ਕੇਸ ਕੋਰਟ ਦੇ ਵਿੱਚ ਫਾਈਲ ਕਰਕੇ ਉਹਨਾਂ ਨੂੰ ਪਰਮਿਸ਼ਨ ਲੈ ਕੇ ਦਿੱਤੀ ਔਰ ਉਹ 4 ਬੱਚੇ ਜਿਹੜੇ ਉਹ ਇਸ ਵੇਲੇ USA ਵਿੱਚ ਨੇ। ਡਾਕਟਰ ਸਾਹਿਬ, ਐਡਵੋਕੇਟ ਸਰ, ਗੱਲ ਅਸੀਂ ਕਰਾਂਗੇ, ਸਵਾਲ ਅਸੀਂ ਕਰਦੇ ਰਹਾਂਗੇ, ਪਰ ਇੱਕ ਪਰਸਨਲ ਸਵਾਲ ਮੈਂ ਇੱਥੇ ਪੁੱਛਣਾ ਚਾਹੁੰਦੀ ਹਾਂ। ਤੁਸੀਂ ਕਾਫੀ ਵਕਤ ਤੋਂ ਇਸ ਤਰੀਕੇ ਦੇ ਮਾਮਲੇ ਦੇਖ ਰਹੇ ਹੋ, ਕੋਈ ਅਜਿਹਾ ਕੇਸ ਤੁਸੀਂ, ਕੋਈ ਅਜਿਹਾ ਮਾਮਲਾ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ, ਸਾਡੇ ਨਾਲ ਸਾਂਝਾ ਕਰਨਾ ਚਾਹੋਗੇ ਕਿ ਜਿਸ ਕੇਸ ਦੇ ਨਾਲ ਇਹੀ ਅਡਾਪਸ਼ਨ ਦਾ ਮਾਮਲਾ ਸੀਗਾ ਤੇ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਵੀ ਇਮੋਸ਼ਨਲ ਤੇ ਜੁੜਿਆ ਹੋਇਆ ਉਸ ਮਾਮਲੇ ਦੇ ਨਾਲ ਮਹਿਸੂਸ ਕੀਤਾ? ਦੇਖੋ ਇਸ ਤਰ੍ਹਾਂ ਕਿ ਇੱਕ ਕੇਸ ਮੇਰੇ ਕੋਲ ਸੀਗਾ ਜਿਹੜਾ ਕਿ ਲੇਡੀ ਦੁਬਈ ਤੋਂ ਸੀਗੀ, ਸਿੰਗਲ ਮਦਰ ਸੀ। ਉਹਨੇ ਇੱਕ ਬੇਟੀ ਜਿਹੜੀ ਹੈ ਅਡਾਪਸ਼ਨ ਦੇ ਵਿੱਚ ਸਾਡੇ ਜਲੰਧਰ ਦੇ ਵਿੱਚ ਨਾਰੀ ਨਿਕੇਤਨ ਹੈ ਜਿਹੜੀ ਕਿ ਸਪੈਸ਼ਲਿਸਟ ਅਡਾਪਸ਼ਨ ਏਜੰਸੀ ਹੈ, ਉਹਦੇ ਥਰੂ ਬੱਚਾ ਕਾਰਾ ਦੀਆਂ ਪੂਰਾ ਪ੍ਰੋਸੀਜਰ ਫੋਲੋ ਕੀਤਾ ਉਹਨਾਂ ਨੇ, ਔਰ ਕਾਰਾ ਦੀ NOC ਤੋਂ ਬਾਅਦ ਉਹ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ, ਕੋਰਟ ਦੇ ਵਿੱਚ ਫਿਰ ਕੇਸ ਫਾਈਲ ਬੈਕ ਕੀਤਾ ਔਰ ਉਹਦੇ ਤੋਂ ਅਸੀਂ ਪਰਮਿਸ਼ਨ ਲੈ ਦਿੱਤੀ ਕਿ ਉਹ ਬੱਚਾ ਅਡਾਪਸ਼ਨ 'ਚ ਚਲਾ ਜਾਏ। ਹੁੰਦਾ ਹੈ ਕਿ ਜਿਸ ਵੇਲੇ ਤੁਸੀਂ ਕੋਰਟ ਤੋਂ ਪਰਮਿਸ਼ਨ ਲੈ ਲੈਂਦੇ ਹੋ ਉਦੋਂ ਕਾਰਾ ਫਿਰ ਤੁਹਾਨੂੰ ਇੱਕ ਜਿਹੜੀ ਹੈ ਕੰਪਲੀਸ਼ਨ ਸਰਟੀਫਿਕੇਟ, ਕਨਫਰਮਿਟੀ ਸਰਟੀਫਿਕੇਟ ਦਿੰਦੀ ਹੈ। ਉਹ ਲੈਣ ਤੋਂ ਬਾਅਦ ਤੁਸੀਂ ਪਾਸਪੋਰਟ ਅਪਲਾਈ ਕਰਦੇ ਹੋ, ਬੱਚੇ ਦਾ ਡੇਟ ਆਫ ਬਰਥ ਦੇ ਵਿੱਚ ਜਿਹੜਾ ਅਡਾਪਟਿਵ ਪੇਰੈਂਟ ਹੈ ਉਹਦਾ ਨਾਂ ਇਨਕੋਰਪੋਰੇਟ ਕਰਨ ਲਈ ਅਪਲਾਈ ਕਰਦੇ ਹੋ, ਠੀਕ ਹੈ, ਮਿਊਨਿਸਪਲ ਕਾਰਪੋਰੇਸ਼ਨ ਦੇ ਕੋਲ। ਬਿਲਕੁਲ। ਔਰ ਜਿਸ ਵੇਲੇ ਉਹ ਉਸ ਬੱਚੇ ਦਾ ਉਹ ਲੇਡੀ ਨੇ ਅਡਾਪਟ ਕਰ ਲਿਆ, ਉਹ ਲੇਡੀ ਦਾ ਨਾਂ ਜਿਹੜਾ ਉਹਦੇ ਡੇਟ ਆਫ ਬਰਥ 'ਚ ਵੀ ਆ ਗਿਆ, ਉਹ ਲੇਡੀ ਦਾ ਨਾਂ ਉਹਦੇ ਪਾਸਪੋਰਟ ਦੇ ਵਿੱਚ ਆ ਗਿਆ। ਇਨ ਦਾ ਮੀਨ ਟਾਈਮ ਹੁਣ ਇੱਕ ਕਾਰਾ ਦਾ ਪ੍ਰੋਸੀਜਰ ਇਹ ਵੀ ਕਹਿੰਦਾ ਕਿ ਜਦ ਤੁਸੀਂ ਫੋਰਨ ਤੋਂ ਜੇ ਬੱਚਾ ਅਡਾਪਟ ਕਰਨਾ ਨਾ ਤੁਹਾਨੂੰ ਇੰਡੀਆ 'ਚ ਆਉਣ ਦੀ ਲੋੜ ਨਹੀਂ ਹੈ।
ਯੂ ਕੈਨ ਗਿਵ ਅ ਪਾਵਰ ਆਫ ਅਟਾਰਨੀ। ਈਵਨ ਤੁਸੀਂ ਜਿਹੜੀ ਇੰਸਟੀਟਿਊਸ਼ਨ ਤੋਂ ਬੱਚਾ ਲੈਣਾ ਚਾਹੁੰਦੇ ਹੋ ਨਾ, ਉਹਦੇ ਵੀ ਤੁਸੀਂ ਕਿਸੇ ਆਥੋਰਾਈਜ਼ਡ ਬੰਦੇ ਨੂੰ ਤੁਸੀਂ ਆਪਣੀ ਪਾਵਰ ਆਫ ਅਟਾਰਨੀ ਦੇ ਸਕਦੇ ਹੋ ਕਿ ਹੂ ਵਿਲ ਫਾਈਲ ਦਾ ਕੇਸ ਔਨ ਯੂਰ ਬਿਹਾਫ। ਹੋਇਆ ਇਹ ਕਿ ਕਰ ਰਹੀ ਹੈ ਗਾਈਡਲਾਈਨ ਦੇ ਮੁਤਾਬਕ ਉਹਨਾਂ ਨੂੰ ਪੇਰੈਂਟਸ ਨੂੰ ਇੱਕ ਵਾਰ ਜਦੋਂ ਬੱਚਾ ਲੈ ਕੇ ਜਾਣਾ, ਦੈਨ ਯੂ ਵਿਲ ਹੈਵ ਟੂ ਕਮ ਟੂ ਇੰਡੀਆ, ਤੁਹਾਨੂੰ ਆਪਣੇ ਇੱਥੇ ਆਉਣਾ ਪੈਣਾ। ਉਹਨੇ ਸਾਰਾ ਕੁਝ ਜਿਸਲੇ ਕੰਪਲੀਟ ਹੋ ਗਿਆ, ਉਹ ਲੇਡੀ ਸਿੰਗਲ ਮਦਰ ਨੇ ਇੰਡੀਆ ਆਉਣਾ ਸੀ ਬੱਚੇ ਲੈਣੀ। ਇਨ ਦਾ ਮੀਨ ਟਾਈਮ ਉਹਨੂੰ ਕੈਂਸਰ ਡਿਟੈਕਟ ਹੋ ਗਿਆ ਐਂਡ ਯੂ ਕੈਨ ਸੇ ਕਿ 2 ਮਹੀਨੇ ਦੇ ਵਿੱਚ ਹੀ ਐਕਸਪਾਇਰਡ। ਹੁਣ ਕੀ ਹੋਇਆ ਕਿ ਬੱਚਾ ਨਾਰੀ ਨਿਕੇਤਨ ਕੋ ਹੈ, ਬਟ ਲੀਗਲੀ ਅਡਾਪਟਡ ਹੈ, ਪੇਰੈਂਟ ਸਿੰਗਲ ਮਦਰ ਹੈ, ਐਕਸਪਾਇਰ ਹੋ ਗਈ ਐਂਡ ਉਸ ਬੱਚੇ ਨੂੰ ਕੋਈ ਵੀ ਜਿਹੜਾ ਉਹ ਦੁਬਈ ਲਿਜਾਣ ਨੂੰ ਹੁਣ ਧਿਆਨ ਨਹੀਂ ਸੀ। ਅਦਰਵਾਈਜ਼ ਕੀ ਹੈ ਕਿ ਬਾਈ ਵੇ ਆਫ ਅਡਾਪਸ਼ਨ ਤੁਹਾਨੂੰ ਇਨਹੈਰੀਟੈਂਸ ਦੇ ਸਾਰੇ ਰਾਈਟਸ ਨੇ ਉਸ ਲੇਡੀ ਦੇ, ਬਟ ਸਮਹਾਉ ਉਹ ਬੱਚਾ ਜਿਹੜਾ ਉਹ ਨਾਰੀ ਨਿਕੇਤਨ ਕੋਲ ਹੀ ਰਹਿ ਗਿਆ। ਦੈਨ ਇੱਕ ਪਰਿਵਾਰ ਜੋ ਉਹਨੂੰ ਮਿਲਣਾ ਸੀ ਉਹ ਉਸ ਪਰਿਵਾਰ ਦੇ ਕੋਲ ਨਹੀਂ ਪਹੁੰਚ ਸਕਿਆ। ਹਾਂ, ਉਸ ਪਰਿਵਾਰ ਕੋਲ ਨਹੀਂ ਪਹੁੰਚਿਆ। ਦੈਨ ਉਹੀ ਬੱਚਾ ਜਿਹੜਾ ਉਹ ਅਸੀਂ ਅਡਾਪਸ਼ਨ ਦੇ ਵਿੱਚ ਇੱਕ ਨਾਰੀ ਨਿਕੇਤਨ ਨੇ ਫਿਰ US ਫੈਮਿਲੀ ਨੂੰ ਦਿੱਤਾ ਕਾਰਾ ਦੀ NOC ਲੈ ਕੇ। ਫਿਰ ਮੈਂ ਇੱਕ ਕੋਰਟ ਕੇਸ ਕੀਤਾ, ਦੈਟ ਵਾਜ਼ ਯੂ ਕੈਨ ਸੇ, ਮੈਂ ਤੇ ਕਹਾਂਗਾ ਕਿ ਹਿਸਟੋਰੀਕਲ ਕੇਸ ਹੀ ਹੋਏਗਾ ਸੋ ਫਾਰ ਐਜ਼ ਆਈ ਹੈਂਡਲਡ ਦੈਟ ਕੇਸ। ਉਹਦੇ ਵਿੱਚ ਮੈਂ ਇੱਕੋ ਪਟੀਸ਼ਨ ਦੇ ਵਿੱਚ ਪਹਿਲਾਂ ਤੇ ਉਹ ਕੈਂਸਲੇਸ਼ਨ ਮੰਗੀ ਆਫ ਅਡਾਪਸ਼ਨ। ਕਾਰਾ ਦੀਆਂ ਗਾਈਡਲਾਈਨਸ ਹੁਣ ਲੇਟੈਸਟ ਆਈਆਂ ਜਿਹਦੇ ਵਿੱਚ ਡਿਸੋਲੂਸ਼ਨ ਆਫ ਅਡਾਪਸ਼ਨ ਆ ਗਈ ਹੈ, ਜਿਹਦੇ ਵਿੱਚ ਇਹ ਹੈ ਕਿ ਜੇ ਕਿਸੇ ਐਕਸੈਪਸ਼ਨਲ ਸਰਕਮਸਟੈਂਸਿਸ ਹੈ ਵੀ ਬੱਚਾ ਨਹੀਂ ਅਡਾਪਸ਼ਨ ਤੋਂ ਬਾਅਦ ਉੱਥੇ ਰਹਿ ਸਕਦਾ ਜਾਂ ਕੋਈ ਇੱਦਾਂ ਦੇ ਕਾਰਨ ਨੇ, ਤੇ ਉਹ ਅਡਾਪਸ਼ਨ ਕੈਂਸਲ ਹੋ ਜਾਂਦੀ। ਉਹਦੀ ਮੈਂ ਇੱਕ ਪਟੀਸ਼ਨ ਫਾਈਲ ਕੀਤੀ। ਇੱਕੋ ਪਟੀਸ਼ਨ ਦੇ ਵਿੱਚ ਮੈਂ ਉਹ ਬੱਚਾ ਕੈਂਸਲ ਅਡਾਪਟ ਕਰਾਇਆ ਕਿ ਉਹ ਅਡਾਪਸ਼ਨ ਜਿਹੜੀ ਪ੍ਰੀਵੀਅਸ ਹੈਗੀ ਉਹਨੂੰ ਕੈਂਸਲ ਕੀਤੀ ਜਾਏ, ਔਰ ਉਸੇ ਹੀ ਪਟੀਸ਼ਨ ਦੇ ਵਿੱਚ ਮੈਂ ਪਰਮਿਸ਼ਨ ਮੰਗੀ ਕਿ US ਫੈਮਿਲੀ ਨੂੰ ਦੇਣ ਦੀ ਇਜਾਜ਼ਤ ਦਿੱਤੀ ਜਾਏ ਐਂਡ ਦੈਟ ਵਾਸ ਗॉट ਪਰਮਿਟਡ ਫਰਮ ਦਾ ਕੋਰਟ। ਕੋਰਟ ਤੋਂ ਪਰਮਿਸ਼ਨ ਲੈ ਕੇ ਉਹ ਬੱਚਾ ਇਸ ਲਈ US 'ਚ ਹੈ। ਬਿਲਕੁਲ ਬਿਲਕੁਲ, ਵਾਕਈ ਆਪਣੇ ਆਪ 'ਚ ਇੱਕ ਬਹੁਤ ਵੱਖਰਾ ਕੇਸ ਹੈ ਕਿ ਪਹਿਲਾਂ ਜਿਸ ਪਰਿਵਾਰ ਦੇ ਕੋਲ ਉਸ ਬੱਚੇ ਨੇ ਜਾਣਾ ਸੀ, ਕਿਸੇ ਕਾਰਨਵਸ਼ ਉਸ ਪਰਿਵਾਰ ਕੋਲ ਨਹੀਂ ਪਹੁੰਚ ਸਕਿਆ, ਤੇ ਤੁਹਾਡੀ ਮਿਹਨਤ ਸਦਕਾ ਤੇ ਤੁਹਾਡੀ ਬਲੈਸਿੰਗ ਸਦਕਾ ਉਸ ਬੱਚੇ ਨੂੰ ਇੱਕ ਪਰਿਵਾਰ ਮਿਲ ਗਿਆ। ਐਡਵੋਕੇਟ ਸਰ, ਇੱਕ ਹੋਰ ਸਵਾਲ ਮੈਂ ਇਸ ਮਾਮਲੇ ਨਾਲ ਜੁੜਿਆ ਹੋਇਆ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ। ਜ਼ਰੂਰੀ ਹੈ ਕਿ ਵਿਆਹ ਤੋਂ ਬਾਅਦ ਹੀ ਤੁਸੀਂ ਕੋਈ ਬੱਚਾ ਗੋਦ ਲੈ ਸਕਦੇ ਹੋ? ਕਿਉਂਕਿ ਅਸੀਂ ਕਈ ਸੈਲੀਬ੍ਰਿਟੀਜ਼ ਨੂੰ ਦੇਖਦੇ ਹਾਂ, ਕਈ ਐਕਟਰਸ ਨੂੰ ਦੇਖਦੇ ਹਾਂ ਅਸੀਂ ਕਿ ਉਹ ਚਾਹੇ ਵਿਆਹੇ ਨੇ ਚਾਹੇ ਅਨਮੈਰਿਡ ਨੇ, ਉਹ ਬੱਚਾ ਗੋਦ ਲੈ ਲੈਂਦੇ ਨੇ। ਦੇਖੋ, ਇਸ ਤਰ੍ਹਾਂ ਕਿ ਕਾਨੂੰਨੀ ਤੌਰ ਤੇ ਈਵਨ ਹਿੰਦੂ ਮੈਰਿਜ ਐਕਟ ਦੇ ਵਿੱਚ, ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਦੇ ਵਿੱਚ ਵੀ ਇਹ ਪ੍ਰੋਵੀਜ਼ਨ ਹੈ ਕਿ ਸਿੰਗਲ ਪੇਰੈਂਟ ਕੈਨ ਅਡਾਪਟ ਅ ਚਾਈਲਡ। ਸਿੰਗਲ ਮਦਰ ਵੀ ਬੱਚਾ ਅਡਾਪਟ ਕਰ ਸਕਦੀ ਹੈ, ਸਿੰਗਲ ਫਾਦਰ ਵੀ। ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ there is a difference ਕਿ 21 ਸਾਲ ਦਾ ਫਰਕ ਹੋਣਾ ਚਾਹੀਦਾ। ਠੀਕ ਹੈ, ਏਜ ਦਾ ਜਿਹੜਾ ਬੱਚਾ ਤੁਸੀਂ ਅਡਾਪਟ ਕਰ ਰਹੇ ਹੋ ਔਰ ਜਿਹੜੇ ਅਡਾਪਟਿਵ ਪੇਰੈਂਟ ਨੇ, ਚਾਹੇ ਸਿੰਗਲ ਹੈ ਤੇ ਚਾਹੇ ਫੈਮਿਲੀ ਹੈ, 21 ਸਾਲ ਦਾ ਫਰਕ ਹੋਣਾ ਚਾਹੀਦਾ। ਜਿਹੜੀ ਜੁਵੈਨਾਈਲ ਜਸਟਿਸ ਐਕਟ ਥੱਲੇ ਅਸੀਂ ਆਰਫਨੇਜ ਦੀ ਅਡਾਪਸ਼ਨ ਹੈ, ਉਹਦੇ ਵਿੱਚ ਜਿਹੜਾ ਉਹ ਡਿਫਰੈਂਸ 25 ਇਅਰਸ ਦਾ, ਨੰਬਰ 1। ਬਟ ਉਹਦੇ 'ਚ ਇੱਕ ਬਾਰ ਹੈ ਕਿ ਇਹ ਸਿੰਗਲ ਮੇਲ ਕੈਨ ਨਾਟ ਅਡਾਪਟ ਏ ਫੀਮੇਲ ਚਾਈਲਡ। ਪਰ ਔਰਫਨ ਬੱਚਾ ਜਿਹੜਾ ਹੈ ਉਹ ਇੱਕ ਮੇਲ ਬੰਦਾ ਜਿਹੜਾ ਹੈ ਉਹ ਫੀਮੇਲ ਚਾਈਲਡ ਅਡਾਪਟ ਨਹੀਂ ਕਰ ਸਕਦਾ। ਹੁਣ ਤੁਸੀਂ ਗੱਲ ਕੀਤੀ ਹੈ ਕਿ ਕਈ ਐਕਟਰੈਸਿਸ ਨੇ ਜਾਂ ਦੇਰ ਆਰ ਮੈਨੀ ਐਗਜ਼ਾਮਪਲਸ, ਬੜੇ ਕੇਸਿਸ ਨੇ ਜਿਹੜੇ ਮੈਂ ਵੀ ਹੈਂਡਲ ਕੀਤੇ ਨੇ ਜਿਸ 'ਚ ਸਿੰਗਲ ਪੇਰੈਂਟਸ ਨੂੰ ਜਿਹੜਾ ਹੈ ਉਹ ਬੱਚਾ ਅਡਾਪਟ ਕਰਾ ਕੇ ਦਿੱਤਾ ਹੈ। ਈਵਨ ਮੈਂ ਵੀ ਇੱਕ ਆਈ ਵਾਂਟ ਨੇਮ, ਇੱਕ ਨੋਨ ਐਕਟਰੈਸ ਹੈ ਜਿਹਨੂੰ ਬੱਚਾ ਜਿਹੜਾ ਉਹ ਅਡਾਪਟ ਕਰਵਾ ਕੇ ਦਿੱਤਾ, ਕੋਰਟ ਕੇਸ ਮੈਂ ਹੈਂਡਲ ਕੀਤਾ। ਬਿਲਕੁਲ। ਸੋ ਇੱਕ ਹਿੰਦੂ ਅਡਾਪਸ਼ਨ ਐਕਟ ਦੀ ਤੁਸੀਂ ਬਾਰ-ਬਾਰ ਸਰ ਗੱਲ ਕਰ ਰਹੇ ਹੋ, ਇੱਕ ਗੱਲ ਮੈਂ ਹੋਰ ਪੁੱਛਣਾ ਚਾਹੂੰਗੀ ਕਿ ਕਿਆ ਅਡਾਪਸ਼ਨ ਦੇ ਲਈ ਕੋਈ ਧਰਮ ਮੈਟਰ ਕਰਦਾ ਹੈ ਕਿ ਸਾਰੇ ਧਰਮ ਦੇ ਜੋ ਲੋਕ ਨੇ, ਜੋ ਪੇਰੈਂਟਸ ਨੇ, ਜੋ ਕਿ ਅਡਾਪਟ ਕਰਨਾ ਚਾਹੁੰਦੇ ਨੇ, ਬੱਚੇ ਨੂੰ ਗੋਦ ਲੈਣਾ ਚਾਹੁੰਦੇ ਨੇ, ਉਹ ਹਿੰਦੂ ਅਡਾਪਸ਼ਨ ਐਕਟ ਦੇ ਤਹਿਤ ਹੀ ਅਡਾਪਟ ਕਰਨਗੇ ਜਾਂ ਫਿਰ ਮੁਸਲਿਮਾਂ ਦੇ ਲਈ ਇਹ ਵੱਖਰਾ ਲਾਅ ਹੈ, ਕ੍ਰਿਸਚਨਸ ਦੇ ਲਈ ਇਹ ਵੱਖਰਾ ਲਾਅ ਹੈ? ਬੜਾ ਅੱਛਾ ਸਵਾਲ ਹੈ ਤੁਹਾਡਾ। ਇਹ ਹੈ ਕਿ ਜਿਹੜਾ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਹੈ ਜਿਹਦੇ ਅੰਡਰ ਅਸੀਂ ਅਡਾਪਸ਼ਨ ਕਰਦੇ ਹਾਂ, ਉਹ ਜਿਹੜੀ ਹੈ ਐਪਲੀਕੇਬਲ ਜਿਹੜੀ ਉਹ ਹਿੰਦੂਜ਼ ਤੋਂ ਹੈ ਐਂਡ ਹਿੰਦੂਜ਼ ਇਨਕਲੂਡ ਸਿੱਖਸ, ਜੈਨਸ, ਪਾਰਸੀਜ਼, ਠੀਕ ਹੈ, ਜੋ ਹਿੰਦੂ ਕਾਨੂੰਨੀ ਤੌਰ ਤੇ ਜੋ ਡੈਫੀਨੇਸ਼ਨ ਹੈ, ਠੀਕ ਹੈ, ਉਸ ਦੇ ਮੁਤਾਬਕ ਜਿਹੜੇ ਹੈ ਉਹ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਥੱਲੇ ਹੀ ਬੱਚਾ ਅਡਾਪਟ ਹੋ ਸਕਦਾ ਹੈ। ਜਾਂ ਫਿਰ ਜੇ ਤੁਸੀਂ ਆਰਫਨ ਚਾਈਲਡ ਅਡਾਪਟ ਕਰਨਾ ਉਹ ਜੁਵੈਨਾਈਲ ਜਸਟਿਸ ਐਕਟ ਥੱਲੇ ਤੁਸੀਂ ਅਡਾਪਟ ਕਰ ਸਕਦੇ ਹੋ।
ਅੱਗੇ ਇਹ ਹੁੰਦਾ ਸੀ ਕਿ ਹਿੰਦੂਆਂ ਤੇ ਐਪਲੀਕੇਬਲ ਸੀਗਾ ਹਿੰਦੂ ਅਡਾਪਸ਼ਨ ਮੇਨਟੇਨੈਂਸ ਐਕਟ, ਔਰ ਫਿਰ ਗਾਰਡੀਅਨ ਬਣ ਕੇ ਤੁਸੀਂ ਬੱਚਾ ਗਾਰਡੀਅਨ ਐਂਡ ਵਾਰਡ ਐਕਟ ਥੱਲੇ ਜੇ ਤੁਸੀਂ ਕਿਸੇ ਹੋਰ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਬੱਚਾ ਅਡਾਪਟ ਕਰ ਸਕਦੇ ਪਰ ਕਰਦੇ ਤੁਸੀਂ ਉਸਦੇ ਪੇਰੈਂਟਸ ਨਹੀਂ ਕਹਿਲਾਓਗੇ, ਉਹ ਫਿਰ ਬਤੌਰ ਗਾਰਡੀਅਨ ਤੁਸੀਂ। ਹਾਂ, ਫਿਰ ਇੱਕ ਸੁਪਰੀਮ ਕੋਰਟ ਦੀ ਅਥਾਰਟੀ ਆਈ, ਲక్ష్ਮੀਕਾਂਤ ਪਾਂਡੇ ਯੂਨੀਅਨ ਆਫ ਇੰਡੀਆ AIR 1984 ਸੁਪਰੀਮ ਕੋਰਟ ਹੈ, ਉਹਨੇ ਇਹ ਕਿਹਾ ਕਿ ਇਹਦਾ ਇੱਕ ਪ੍ਰੋਸੀਜਰ ਪ੍ਰੋਪਰ ਬਣਨਾ ਚਾਹੀਦਾ ਹੈ। ਫਿਰ ਉਸੇ ਅਥਾਰਟੀ ਦੇ ਤਹਿਤ, ਜਿਹਨੂੰ ਅਸੀਂ ਇਸ ਅਥਾਰਟੀ ਨੂੰ ਅਸੀਂ ਬਾਈਬਲ ਵੀ ਕਹਿੰਦੇ ਹਾਂ ਅਡਾਪਸ਼ਨ ਦੀ, ਉਸ ਦੇ ਤਹਿਤ ਜਿਹੜੀ ਆ ਕਾਰਾ ਜਿਹੜੀ ਹੈ ਉਸ ਨੂੰ ਕਨਸਟੀਟਿਊਟ ਕੀਤਾ ਗਿਆ। ਫਿਰ ਸਲੋਲੀ ਐਂਡ ਗ੍ਰੈਜੂਅਲੀ ਰਿਕੁਆਇਰਮੈਂਟਸ ਜਿਹੜੀਆਂ ਵੱਧ ਗਈਆਂ ਕਿ ਇੱਕ ਇੱਦਾਂ ਦਾ ਲਾਅ ਬਣਾਇਆ ਜਾਵੇ ਜਿਹੜਾ ਕਿ ਸਾਰੇ ਧਰਮਾਂ ਲਈ ਐਪਲੀਕੇਬਲ ਹੋਵੇ। ਜਿਹੜੀ ਹੁਣ ਮੈਂ ਤੁਹਾਨੂੰ ਜੁਵੀਨਾਈਲ ਜਸਟਿਸ ਐਕਟ ਦੀ ਗੱਲ ਕਰ ਰਿਹਾ, ਜੁਵੀਨਾਈਲ ਜਸਟਿਸ ਐਕਟ ਥੱਲੇ ਕੋਈ ਵੀ ਇਰਰਿਸਪੈਕਟਿਵ ਆਫ ਰਿਲੀਜਨ ਤੁਸੀਂ ਕੋਈ ਵੀ ਬੱਚਾ ਅਡਾਪਟ ਕਰਨਾ ਚਾਹਦੇ ਹੋ ਤੇ ਤੁਸੀਂ ਉਸ ਐਕਟ ਦੇ ਥੱਲੇ ਜਿਹੜੀ ਆ ਉਹ ਪ੍ਰੋਵੀਜ਼ਨ ਹੈ, ਤੁਸੀਂ ਬੱਚਾ ਅਡਾਪਟ ਕਰ ਸਕਦੇ ਹੋ। ਬਿਲਕੁਲ, ਬਹੁਤ ਚੰਗੀ ਗੱਲ ਤੁਸੀਂ ਦੱਸੀ ਹੈ। ਇੱਕ ਹੋਰ ਸਵਾਲ ਮੈਂ ਚਾਹੁੰਦੀ ਹਾਂ, ਤੁਸੀਂ ਕੋਈ ਆਪਣਾ ਐਕਸਪੀਰੀਅੰਸ, ਕੋਈ ਆਪਣਾ ਅਨੁਭਵ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਜੋ ਤੁਹਾਨੂੰ ਲੱਗਦਾ ਹੈ ਕਿ ਗੋਦ ਲੈਣ ਦੇ ਵਿੱਚ ਜਾਂ ਬੱਚਾ ਅਡਾਪਟ ਕਰਨ ਦੇ ਵਿੱਚ ਉਹਨਾਂ ਦੇ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਦੇਖੋ, ਇਸ ਤਰ੍ਹਾਂ ਹੈ ਕਿ ਨਾਰਮਲੀ ਹੁਣ ਮੈਂ ਤੁਹਾਨੂੰ ਦੱਸ ਦੂੰ ਕਿ ਇੱਕ ਸੋਸ਼ਲ ਮੀਡੀਆ ਤੇ ਕਾਫੀ 15-20 ਦਿਨ ਤੋਂ ਇਹ ਚੀਜ਼ ਵਾਇਰਲ ਹੋ ਰਹੀ ਸੀ, ਇੱਕ ਵੀਡੀਓ ਜਿਹਦੇ ਵਿੱਚ ਇੱਕ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਇੱਕ ਕੋਈ ਯੂ ਕੈਨ ਸੇ ਬੱਚਾ ਜਿਹੜਾ ਨਿਊਲੀ ਬੌਰਨ ਸੀਗਾ, ਰਾਦਰ ਪ੍ਰੀਮੈਚੁਰ ਬੱਚਾ ਸੀਗਾ, ਉਹ ਇੱਕ ਸੜਕ ਤੇ ਪਿਆ, ਇੱਕ ਪੁਲਿਸ ਵਾਲੇ ਨੂੰ ਮਿਲਿਆ ਔਰ ਉਹ ਪੁਲਿਸ ਵਾਲੇ ਨੇ ਜਿਹੜਾ ਉਹ ਬੱਚੇ ਨੂੰ ਸਿਵਲ ਹਸਪੀਟਲ ਲੈ ਕੇ ਗਿਆ, ਉਸ ਦਾ ਉਹਨੇ ਟ੍ਰੀਟਮੈਂਟ ਕਰਵਾਇਆ। ਟ੍ਰੀਟਮੈਂਟ ਕਰਵਾ ਕੇ ਹੁਣ ਇਹ ਵੀ ਪਤਾ ਲੱਗਿਆ ਕਿ ਉਹ ਜਿਹੜਾ ਪੁਲਿਸ ਵਾਲਾ ਜਿਸ ਨੂੰ ਉਹ ਬੱਚਾ ਮਿਲਿਆ, ਉਹਦੇ ਆਪਣੇ 9-10 ਸਾਲ ਤੋਂ ਸ਼ਾਦੀ ਹੋ ਗਈ, ਉਹਦਾ ਕੋਈ ਆਪਣਾ ਬੱਚਾ ਨਹੀਂ। ਨਾਓ ਹੀ ਵਾਂਟ ਟੂ ਅਡਾਪਟ ਏ ਚਾਈਲਡ, ਦੈਟ ਪਰਟੀਕੁਲਰ ਚਾਈਲਡ। ਮੈਨੂੰ ਡੇ ਬਿਫੋਰ ਯੈਸਟਰਡੇ ਇੱਕ ਮੈਨੂੰ ਕਿਸੇ ਲਾਇਰ ਕੁਲੀਗ ਦਾ ਫੋਨ ਆਇਆ ਕਿ ਇਸ ਤਰ੍ਹਾਂ ਤੁਸੀਂ ਇਸ ਫੀਲਡ ਦੇ ਵਿੱਚ ਡੀਲ ਕਰਦੇ ਹੋ, ਕੀ ਉਹ ਪੁਲਿਸ ਵਾਲਾ ਉਹ ਬੱਚਾ ਅਡਾਪਟ ਕਰ ਸਕਦਾ? ਤੇ ਮੈਂ ਇਹ ਕਿਹਾ ਕਿ ਸ਼ਾਇਦ ਕਿ ਉਹ ਬੱਚਾ ਉਹ ਅਡਾਪਟ ਨਹੀਂ ਕਰ ਸਕਦਾ, ਕਿਉਂਕਿ ਐਜ਼ ਪਰ ਲਾਅ ਜਿਹੜਾ ਕਿ ਹੁਣ ਲਾਅ ਐਪਲੀਕੇਬਲ ਹੈ ਉਹਦੇ ਮੁਤਾਬਕ ਉਹ ਬੱਚਾ ਉਹਨੂੰ ਕਿਸੇ ਨਾ ਕਿਸੇ ਔਰਫਨੇਜ ਦੇ ਵਿੱਚ ਹੀ ਛੱਡਣਾ ਪਏਗਾ, ਠੀਕ ਹੈ। ਔਰ ਜਿਹੜੀ ਕਿ ਫਿਰ ਉੱਥੇ ਜਿਹੜੀ ਸੀਨੀਅਰਟੀ ਲਿਸਟ ਕਾਰਾਂ ਦੇ ਮੁਤਾਬਕ ਹੈ, ਉਹਦੇ ਮੁਤਾਬਕ ਉਹ ਬੱਚਾ ਉਸ ਨੂੰ ਆਫਰ ਹੋ ਜਾਏਗਾ। ਉਹ ਕਹਿੰਦੇ ਜੀ ਉਹ ਪੇਰੈਂਟ ਨੇ ਵੀ, ਉਹ ਪੁਲਿਸ ਵਾਲਾ ਜਿਹੜਾ ਪੇਰੈਂਟ ਹੈ ਉਹਨਾਂ ਨੇ ਵੀ ਆਪਣੇ ਆਪ ਨੂੰ ਕਾਰਾਂ ਦੇ ਕੋਲ ਰਜਿਸਟਰ ਕਰਵਾਇਆ ਹੋਇਆ ਬੱਚਾ ਅਡਾਪਟ ਕਰਨ ਲਈ, ਪਰ ਫਿਰ ਵੀ ਜਿਸ ਵੇਲੇ ਸੀਨੀਅਰਟੀ ਬਣਨੀ ਹੈ ਉਦੋਂ ਉਹਦੀ ਵਾਰੀ ਆਏਗੀ ਨਾ, ਉਹ ਬੱਚਾ ਕਿੱਥੇ ਚਲਾ ਜਾਏਗਾ? ਇਹਦੇ ਪੇਰੈਂਟਸ ਦੀ ਕਿਸਮਤ 'ਚ ਲਿਖਿਆ, ਇਹ ਤੁਸੀਂ ਨਹੀਂ ਕਹਿ, ਇਸ ਕਰਕੇ ਉਹ ਬੱਚਾ ਜਿਹੜਾ ਉਹਨੂੰ ਨਹੀਂ ਮਿਲ ਸਕਦਾ। ਹੁਣ ਜਿਸ ਤਰ੍ਹਾਂ ਕਈ ਹਸਪੀਟਲ, ਗੁਰਦੁਆਰਾ ਜਾਂ ਕਿਤੋਂ ਵੀ ਬੱਚਾ ਮਿਲਦਾ, ਜੇ ਤੁਸੀਂ ਚਾਹੋਗੇ ਪਰਟੀਕੁਲਰ ਬੱਚਾ ਸਾਨੂੰ ਮਿਲ ਜਾਏਗਾ, ਉਹ ਤੁਹਾਨੂੰ ਹੁਣ ਬੱਚਾ ਕੁੱਲ ਨਹੀਂ ਮਿਲਾ ਮਿਲ ਕੇ ਸਕਦਾ। ਗੱਲ ਹੈ ਕਿ ਕਾਨੂੰਨੀ ਪ੍ਰਕਿਰਿਆ ਨੂੰ ਫੋਲੋ ਹੀ ਕਰਨਾ ਪੜੇਗਾ, ਔਰ ਵਾਕਈ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਸਰ, ਕਿਉਂਕਿ ਤੁਹਾਡੇ ਲਈ ਵੀ ਸੁਰੱਖਿਅਤ ਹੈ ਕਿ ਕੱਲ੍ਹ ਨੂੰ ਤੁਸੀਂ ਜਾ ਕੇ ਕਿਸੇ ਮੁਸੀਬਤ ਦੇ ਵਿੱਚ ਨਾ ਫਸ ਜਾਓ, ਤੇ ਦੂਜੀ ਗੱਲ ਬੱਚੇ ਦੇ ਭਵਿੱਖ ਦਾ ਵੀ ਸਵਾਲ ਹੈ ਕਿ ਕੱਲ੍ਹ ਨੂੰ ਕਿਸੇ ਬੱਚੇ ਨੂੰ ਅੱਗੇ ਜਾ ਕੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਸੋ ਬਹੁਤ ਬਹੁਤ ਧੰਨਵਾਦ ਸਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਆਪਣੀ ਇਹ ਜੋ ਇਨਫੋਰਮੇਸ਼ਨ ਹੈ, ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਸੋ ਕਾਨੂੰਨੀ ਨੁਕਤੇ ਤੁਸੀਂ ਦੇਖ ਰਹੇ ਸੀ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕੀਤੀ ਉਹ ਵਿਸ਼ਾ ਸੀਗਾ ਅਡਾਪਸ਼ਨ ਦਾ, ਯਾਨੀ ਕਿ ਗੋਦ ਲੈਣਾ। ਸੋ ਜਿਵੇਂ ਕਿ ਸਾਡੇ ਮਹਿਮਾਨ ਜੋ ਕਿ ਐਡਵੋਕੇਟ, ਸੀਨੀਅਰ ਐਡਵੋਕੇਟ PP ਸਿੰਘ ਆਹਲੂਵਾਲੀਆ ਜੀ ਨੇ, ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਤੁਸੀਂ ਗੋਦ ਲੈਣਾ ਜੋ ਬੱਚਾ ਹੈ ਉਸ ਦੇ ਲਈ ਪੂਰੀ ਤਰੀਕੇ ਨਾਲ ਕਾਨੂੰਨੀ ਪ੍ਰਕਿਰਿਆ ਨੂੰ ਫੋਲੋ ਕਰਨਾ ਹੀ ਪਏਗਾ, ਕਿਉਂਕਿ ਤੁਹਾਡੇ ਲਈ ਵੀ ਇਹ ਠੀਕ ਰਹੇਗਾ ਤੇ ਜਿਸ ਬੱਚੇ ਨੂੰ ਤੁਸੀਂ ਗੋਦ ਲੈਣਾ ਚਾਹੁੰਦੇ ਹੋ ਉਸ ਦੇ ਲਈ ਵੀ ਇਹ ਠੀਕ ਰਹੇਗਾ। ਫਿਲਹਾਲ ਤੁਸੀਂ ਵੇਖਦੇ ਰਹੋ ਦੂਰਦਰਸ਼ਨ। ਧੰਨਵਾਦ।